ਬਹੁਤ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਦੇ ਹੋਏ ਸਮੇਂ-ਸਮੇਂ ਤੇ ਕੁਝ ਕਾਨੂੰਨ ਬਣਾਉਣ ਦੀ ਲੋੜ ਪੈਂਦੀ ਹੈ। ਇਸ ਵਕਤ ਇੱਕ ਅਜਿਹੇ ਕਾਨੂੰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿ ਜਿਹੜੇ ਵਕੀਲ ਨੇ ਉਹ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਸਭ ਬੜੀਆਂ ਘਟਨਾਵਾਂ ਲਗਾਤਾਰਤਾ ਦੇ ਵਿੱਚ ਵਾਪਰ ਰਹੀਆਂ ਨੇ। ਲੱਗਦਾ ਕਿ ਹੁਣ ਜਿਨ੍ਹਾਂ ਨੇ ਲੋਕਾਂ ਦੀ ਹਿਫਾਜ਼ਤ ਦਾ ਬੀੜਾ ਚੱਕਿਆ ਹੁੰਦਾ, ਅਦਾਲਤਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਵਾਜ਼ ਚੁੱਕਣੀ ਹੁੰਦੀ ਹੈ, ਹੁਣ ਉਹਨਾਂ ਨੂੰ ਵੀ ਇੱਕ ਆਵਾਜ਼ ਦੀ ਲੋੜ ਪੈ ਗਈ। ਵੈਸੇ ਨਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਤੁਸੀਂ ਇੰਟਰਨੈਸ਼ਨਲ ਸਫੀਅਰ ਦੇ ਵਿੱਚ ਜਿੱਥੇ ਵੀ ਡਿਵੈਲਪਡ ਕੰਟਰੀ ਦੇਖ ਲਓ ਨਾ, ਉੱਥੇ ਕਿਤੇ ਵੀ ਕੋਈ ਲੋੜ ਆਉਣ 'ਤੇ ਕਾਨੂੰਨ ਨਹੀਂ ਆਉਂਦੇ। ਉਹਦੇ 'ਚ ਸੋਚਿਆ ਜਾਂਦਾ ਹੈ ਪਹਿਲਾਂ ਕਿ ਅੱਜ ਤੋਂ 40 ਸਾਲ ਜਾਂ 50 ਸਾਲ ਬਾਅਦ ਕੀ ਪ੍ਰੋਬਲਮ ਆ ਸਕਦੀ ਹੈ, ਅਤੇ ਇੱਕ ਸੇਫ ਐਟਮੋਸਫੇਅਰ, ਜਿਵੇਂ ਫਰਜ਼ ਕਰੋ ਕਿਸੇ ਦਾ ਮਾਈਂਡ ਚੱਲਣ ਲਈ ਇੱਕ ਵਧੀਆ ਐਟਮੋਸਫੇਅਰ ਦੇਣ ਲਈ ਉਹ ਪਹਿਲਾਂ ਹੀ ਕਾਨੂੰਨ ਬਣ ਜਾਂਦਾ। ਜ਼ਿਕਰ ਕਰ ਰਹੇ ਸੀ ਕਿੰਨੇ ਕੁ ਕੇਸਿਸ ਅਸੀਂ ਜੇ ਪੰਜਾਬ ਤੇ ਹਰਿਆਣਾ ਦੀ ਖਾਸ ਕਰਕੇ ਗੱਲ ਕਰ ਲਈ, ਕਿਉਂਕਿ ਤੁਹਾਡੇ ਤੋਂ ਇੱਥੇ ਦੇ ਵੇਰਵੇ ਹੋਣਗੇ, ਕਿੰਨੇ ਕੁ ਕੇਸਿਸ ਰੈਂਡਮਲੀ ਆ ਰਹੇ ਨੇ ਜਿਹਨਾਂ ਦੇ ਵਿੱਚ ਵਕੀਲ ਨੂੰ ਸਿੱਧੇ ਤੌਰ ਤੇ ਫੋਨ ਕਾਲ ਤੇ ਧਮਕੀਆਂ ਆ ਰਹੀਆਂ ਜਾਂ ਫਿਰ ਉਹਨਾਂ ਤੇ ਅਟੈਕ। ਤੁਸੀਂ ਨਾ ਜੇ ਤੁਸੀਂ ਇੱਕ ਕੈਟੇਗਰੀ ਮੰਨੋ ਤਾਂ ਧਮਕੀ ਦਾ ਜਾਂ ਐਕਟ ਆਫ ਵਾਇਲੈਂਸ ਦਾ ਜਾਂ ਇੰਟੀਮੀਡੇਸ਼ਨ ਦਾ ਜਾਂ ਘਰ ਤੱਕ ਪਹੁੰਚਣ ਦਾ ਜਾਂ ਵਕੀਲ ਤੇ ਵਾਕਈ ਅਟੈਕ ਕਰ ਦੇਣਾ, ਇਹੋ ਜਿਹੇ ਸਾਨੂੰ ਹਰ ਤੀਜੇ ਦਿਨ ਇੰਸੀਡੈਂਟਸ ਰਿਪੋਰਟਸ ਹੁੰਦੇ। ਸਾਡੇ ਕੋਲੇ ਪੰਜਾਬ ਤੋਂ ਵੀ, ਹਰਿਆਣੇ ਤੋਂ ਵੀ, ਚੰਡੀਗੜ੍ਹ ਤੋਂ ਵੀ ਸਾਨੂੰ ਹਰ ਤੀਜੇ ਦਿਨ ਕਿਤੇ ਨਾ ਕਿਤੇ ਕੋਈ ਡਿਸਟ੍ਰਿਕਟ ਦੇ ਵਿੱਚ ਇੰਸੀਡੈਂਟ ਰਿਪੋਰਟ ਹੁੰਦਾ। ਕੋਈ ਇਹੋ ਜਿਹਾ ਹਫ਼ਤਾ, ਮੇਰੀ ਟਰਮ ਦੇਖੋ ਹੁਣ ਸਟਾਰਟ ਹੋ ਗਈ ਸੀ 14 ਜੁਲਾਈ ਤੋਂ, ਕੋਈ ਇਹੋ ਜਿਹਾ ਹਫ਼ਤਾ ਹੀ ਨਿਕਲਿਆ ਹੋਊਗਾ ਜਿਹਦੇ ਵਿੱਚ ਮੈਨੂੰ ਕੋਈ ਇਹੋ ਜਿਹਾ ਇੰਸੀਡੈਂਟ ਨਾ ਹੋਇਆ ਹੋਵੇ ਅਤੇ ਕਿਸੇ ਲੋਕਲ ਲੈਵਲ 'ਤੇ ਡਿਸਟ੍ਰਿਕਟ ਜਾਂ ਸਬ ਡਿਵੀਜ਼ਨ ਬਾਰ ਐਸੋਸੀਏਸ਼ਨ ਨੇ ਇਸ 'ਤੇ ਹੜਤਾਲ ਨਾ ਕੀਤੀ। ਗੁਰਤੇਜ ਜੀ, ਜੇ ਸਮਝਣ ਦੀ ਕੋਸ਼ਿਸ਼ ਕਰੀਏ, ਜਿਵੇਂ ਸਰ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੱਸੀਆਂ ਨੇ, ਪਰ ਕਿਹਾ ਜਾਂਦਾ ਕਿ ਆਮ ਤੌਰ 'ਤੇ ਵਕੀਲ ਤਾਂ ਬੜੇ ਪਾਵਰਫੁਲ ਹੁੰਦੇ ਨੇ ਅਤੇ ਉਹਨਾਂ ਨੂੰ ਵੀ ਪ੍ਰੋਟੈਕਸ਼ਨ ਦੀ ਲੋੜ ਪੈ ਗਈ ਇਸ ਵੇਲੇ। ਇੱਦਾਂ ਦੇ ਹਾਲਾਤ ਕਿਉਂ ਬਣ ਗਏ ਤੁਹਾਡੇ ਸਾਹਮਣੇ? ਇਹ ਹਾਲਾਤ ਇਸ ਤਰ੍ਹਾਂ ਹੈ, ਜਿਹੜਾ ਵਕੀਲ ਹੈ ਇਹ ਜਸਟਿਸ ਡਿਲੀਵਰੀ ਸਿਸਟਮ ਦਾ ਇੱਕ ਬਹੁਤ ਇੰਪੋਰਟੈਂਟ ਅੰਗ ਹੈ। ਉਹ ਤਾਂ ਹੀ ਬਿਨਾਂ ਕਿਸੇ ਡਰ ਤੋਂ ਨਿਰਭੈ ਹੋ ਕੇ ਮਤਲਬ ਆਪਦੇ ਕੇਸ ਦੀ, ਆਪਣੇ ਮੁਵੱਕਲ ਦੀ ਤਾਂ ਹੀ ਪੈਰਵਾਈ ਕਰ ਸਕੂ ਜੇ ਉਹਨੂੰ ਕਿਸੇ ਵੀ ਕਿਸਮ ਦਾ ਕੋਈ ਡਰ ਨਹੀਂ ਹੋਊਗਾ। ਅਕਸਰ ਦੇਖਣ ਨੂੰ ਆਉਂਦੀਆਂ ਕਿ ਜੀ ਵਿਰੋਧੀ ਪਾਰਟੀ ਵਕੀਲ ਦੇ ਚੈਂਬਰ 'ਚ ਵੜ ਗਈ ਅਤੇ ਚੈਂਬਰ ਦੇ ਵਿੱਚ ਜਾ ਕੇ ਉਹਦੇ ਨਾਲ ਧੱਕਾ ਮੁੱਕੀ ਕੀਤੀ। ਉਹ ਧੱਕਾ ਮੁੱਕੀ ਜੇ ਕੋਈ ਪੁਲਿਸ ਕੋਲ ਸ਼ਿਕਾਇਤ ਜਾਂਦੀ ਹੈ ਜਾਂ ਕਿਤੇ ਵੀ ਜਾਂਦੀ ਹੈ ਤਾਂ ਉਹ ਉਸੇ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਜੀ 57 ਹੋ ਗਈ ਜਾਂ ਸਿੰਪਲ 323 ਹੈ ਜੀ, ਤੁਸੀਂ ਕੰਪਲੇਂਟ ਦਾਇਰ ਕਰ ਲਓ। ਤਾਂ ਸਾਡਾ ਐਡਵੋਕੇਟ ਪ੍ਰੋਟੈਕਸ਼ਨ ਐਕਟ ਹੈ ਜਿਹੜਾ, ਇਹਦਾ ਮੰਗਣ ਦਾ ਮੇਨ ਰੀਜ਼ਨ ਕੀ ਹੈ ਕਿ ਇਸ ਤਰ੍ਹਾਂ ਦਾ ਜੇ ਕਿਤੇ ਕੋਈ ਘਟਨਾ ਵਾਪਰਦੀ ਹੈ ਤਾਂ ਪੁਲਿਸ ਉਹਦੇ ਵਿੱਚ ਚੰਗੀ ਕਾਰਵਾਈ ਹੋ ਸਕੇ, ਤਾਂ ਕਿ ਲੋਕਾਂ ਨੂੰ ਇਸ ਚੀਜ਼ ਦਾ ਇੱਕ ਡਰ ਹੋਵੇ ਕਿ ਜੇ ਅਸੀਂ ਵਕੀਲ ਦੇ ਚੈਂਬਰ 'ਚ ਜਾ ਕੇ ਜਾਂ ਵਕੀਲ ਨੂੰ ਕਿਤੇ ਰਸਤੇ ਦੇ ਵਿੱਚ ਉਹਨੂੰ ਆਪਦੀ ਡਿਊਟੀ ਨਿਭਾਉਣ ਤੋਂ ਰੋਕਦੇ ਹਾਂ, ਕੋਈ ਉਹ 'ਚ ਹਿੰਡਰੈਂਸ ਕਰਦੇ ਹਾਂ, ਤਾਂ ਸਾਡੇ ਖਿਲਾਫ ਸਖਤ ਕਾਰਵਾਈ। ਇਸ ਐਕਟ ਦਾ ਜ਼ਿਕਰ ਕਰੀਏ, ਤੁਹਾਨੂੰ ਲੱਗਦਾ ਨਹੀਂ ਕਿ ਇਸ ਐਕਟ ਦਾ ਮਿਸਯੂਜ਼ ਵੀ ਹੋ ਸਕਦਾ? ਕਿਉਂਕਿ ਹਰੇਕ ਲੋਕਾਂ ਦੀ ਅਸੀਂ ਗੱਲ ਕਰ ਲਈਏ, ਹਰੇਕ ਵਰਤੀਰੇ ਦੀ ਗੱਲ ਕਰ ਲਈਏ ਤਾਂ ਹਰੇਕ ਤਰ੍ਹਾਂ ਦੇ ਵਰਤੀ ਦੇ ਲੋਕ ਹੁੰਦੇ ਨੇ, ਅਤੇ ਕੋਈ ਲੋਕ ਇਹਦਾ ਮਿਸਯੂਜ਼ ਵੀ ਕਰ ਸਕਦੇ ਨੇ, ਜਾਣ ਕੇ ਕਹਿ ਸਕਦੇ ਨੇ ਕਿ ਸਾਡੇ 'ਤੇ ਹਮਲਾ ਹੋਇਆ, ਇਸ ਕਰਕੇ ਇਸ ਐਕਟ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਹੀਂ, ਉਹ ਪਹਿਲਾਂ ਚੇਅਰਮੈਨ ਸਾਹਿਬ ਨੇ ਵੀ ਕਿਹਾ ਕਿ ਅਸੀਂ ਪ੍ਰੋਟੈਕਸ਼ਨ ਚਾਹੁੰਦੇ ਹਾਂ ਓਨਲੀ ਇਨ ਡਿਸਚਾਰਜ ਆਫ ਆਵਰ ਲੀਗਲ ਡਿਊਟੀ। ਅਸੀਂ ਸਿਰਫ ਪ੍ਰੋਟੈਕਸ਼ਨ ਉੱਥੇ ਮੰਗਦੇ ਹਾਂ ਕਿ ਜਿੱਥੇ ਸਾਨੂੰ ਡਿਸਚਾਰਜ ਆਫ ਆਵਰ ਲੀਗਲ ਡਿਊਟੀ ਕੋਈ ਇਸ ਤਰ੍ਹਾਂ ਦੀ ਗੱਲ, ਕਿਉਂਕਿ ਇਹ ਬਹੁਤ ਹੁੰਦੀ ਹੈ। ਬਟ ਜਦੋਂ ਇਨ ਡਿਸਚਾਰਜ ਆਫ ਮਾਈ ਡਿਊਟੀ ਮੇਰੇ ਨਾਲ ਕੋਈ ਕਲਾਇੰਟ ਆ ਕੇ ਧੱਕਾ ਕਰਦਾ, ਭਾਵੇਂ ਮੇਰਾ ਕਲਾਇੰਟ ਹੈ, ਭਾਵੇਂ ਹੋਰ ਕਲਾਇੰਟ ਹੈ, ਕੋਰਟ ਦੇ ਵਿੱਚ ਕਰਦਾ, ਕੋਰਟ ਤੋਂ ਬਾਹਰ ਕਰਦਾ, ਜਾਂ ਮੈਨੂੰ ਇਸ ਤਰ੍ਹਾਂ ਦੀ ਕੋਈ ਐਪਰੀਹੈਂਸ਼ਨ, ਉੱਥੇ ਸਾਡੀ ਪ੍ਰੋਟੈਕਸ਼ਨ। ਤੁਸੀਂ ਆਪਣੇ ਤੌਰ 'ਤੇ ਹੁਣ ਤੁਹਾਡੇ ਵਫਦ ਨੇ ਸਰਕਾਰ ਤੱਕ ਕੋਈ ਪਹੁੰਚ ਕੀਤੀ ਹੈ ਤਾਂ ਜੋ ਇਸ ਦੀ ਇੰਪਲੀਮੈਂਟੇਸ਼ਨ ਛੇਤੀ ਹੋ? ਅੱਜ ਦਾ ਸਾਡਾ ਇਹੀ ਸੀ ਕਿ ਤੁਹਾਡੇ ਮਾਧਿਅਮ ਦੇ ਰਾਹੀਂ ਸਰਕਾਰ ਦੇ ਕੋਲੇ ਸਾਡੀ ਇਹ ਜਿਹੜੀ ਜੈਨੂਇਨ ਡਿਮਾਂਡ ਹੈਗੀ ਹੈ ਉਹ ਚੰਗੀ ਤਰ੍ਹਾਂ ਪਹੁੰਚ ਸਕੇ। ਅਗਰ ਹੁਣ ਇਹ ਨਹੀਂ ਹੁੰਦੀ ਤਾਂ ਫਿਰ ਸਾਨੂੰ ਵੀ ਮਜਬੂਰ ਹੋ ਕੇ, ਜਿਸ ਤਰ੍ਹਾਂ ਹੈ ਕਿ ਡਿਸਟ੍ਰਿਕਟ ਹੈੱਡਕੁਆਟਰ, ਚਲੋ ਸੜਕਾਂ 'ਤੇ ਅਸੀਂ ਉਸ ਤਰ੍ਹਾਂ ਨਹੀਂ ਉਤਰਾਂਗੇ ਕਿ ਅਸੀਂ ਕਿਸੇ ਨੂੰ ਕੋਈ ਹਿੰਡਰੈਂਸ ਕਰੀਏ, ਪਬਲਿਕ ਲਾਈਫ ਕਿਸੇ ਦੀ ਗਲਤ ਕੋਈ ਖਰਾਬ ਹੋਵੇ, ਪਰ ਜੋ ਵੀ ਪੋਸੀਬਲ ਵੇ ਜਿਹੜਾ ਪ੍ਰੋਟੈਸਟ ਦਾ ਹੈਗਾ, ਫਿਰ ਅਸੀਂ ਪੂਰੇ ਪੰਜਾਬ ਦੇ ਵਿੱਚ, ਪੂਰੇ ਹਰਿਆਣੇ ਦੇ ਵਿੱਚ, ਔਰ ਸਾਡਾ ਜਿਹੜਾ ਤਕਰੀਬਨ 1,60,70,000 ਐਡਵੋਕੇਟਸ ਹੈਗੇ, ਅਸੀਂ ਇਹਦਾ ਮਤਲਬ ਕਿ ਸਰਕਾਰ ਦੇ ਖਿਲਾਫ ਆਪਣੀ ਪੂਰੀ ਮਤਲਬ ਕਿ ਤਾਕਤ ਦੇ ਨਾਲ ਅਸੀਂ ਇਹਨਾਂ ਨੂੰ ਫਿਰ ਅੱਗੇ ਇਹਨੂੰ ਇੰਟੈਂਸੀਫਾਈ ਕਰਕੇ ਬਣਾਉਣ ਦਾ ਯਤਨ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਬਹੁਤ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਦੇ ਹੋਏ ਸਮੇਂ-ਸਮੇਂ ਤੇ ਕੁਝ ਕਾਨੂੰਨ ਬਣਾਉਣ ਦੀ ਲੋੜ ਪੈਂਦੀ ਹੈ।
ਇਸ ਵਕਤ ਇੱਕ ਅਜਿਹੇ ਕਾਨੂੰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿ ਜਿਹੜੇ ਵਕੀਲ ਨੇ ਉਹ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਅਸੀਂ ਯੂਪੀ ਦੀ ਗੱਲ ਕਰੀਏ, ਯੂਪੀ ਦੇ ਬਾਰ ਕੌਂਸਲ ਦੀ ਪਹਿਲੀ ਮਹਿਲਾ ਜਿਹੜੀ ਚੇਅਰਪਰਸਨ ਸੀਗੀ, ਉਹਨਾਂ ਤੇ ਹਮਲਾ ਹੁੰਦਾ, ਉਹਨਾਂ ਨੂੰ ਕੋਰਟ ਦੇ ਪ੍ਰੈਮਿਸਿਸ ਦੇ ਵਿੱਚ ਮਾਰ ਦਿੱਤਾ ਜਾਂਦਾ ਹੈ। ਇਸੇ ਤਰੀਕੇ ਨਾਲ ਅਸੀਂ ਜਦੋਂ ਗੱਲ ਕਰਦੇ ਹਾਂ ਰਾਜਸਥਾਨ ਦੀ ਜਾਂ ਤੇਲੰਗਾਨਾ ਦੀ, ਤਾਂ ਉੱਥੇ ਐਡਵੋਕੇਟਸ ਦੇ ਦਿਨ ਦਿਹਾੜੇ ਚਾਕੂ ਨਾਲ ਹਮਲਾ ਕੀਤਾ ਜਾਂਦਾ ਹੈਗਾ। ਤਾਂ ਇਦਾਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਪੰਜਾਬ ਦੀ ਖਾਸ ਕਰਕੇ ਗੱਲ ਕਰ ਰਹੀ ਕਿਉਂਕਿ ਇਸ ਵੇਲੇ ਜਿਸ ਤਰੀਕੇ ਨਾਲ ਫੜੋ ਫੜਾਈ ਦਾ ਮਾਹੌਲ ਚੱਲ ਰਿਹਾ ਸੀ, ਤਾਂ ਇੱਕ ਐਡਵੋਕੇਟ ਜੇ ਕੁਝ ਨੌਜਵਾਨ ਜਿਹੜੇ ਨਜਾਇਜ਼ ਚੁੱਕੇ ਗਏ ਸੀ ਉਹਨਾਂ ਦਾ ਜ਼ਿਕਰ ਕਰਦਾ ਤਾਂ ਉਹਦੇ ਘਰ ਪੁਲਿਸ ਪਹੁੰਚ ਜਾਂਦੀ ਹੈ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਪ੍ਰੋਟੈਕਸ਼ਨ ਦਾ ਜ਼ਿਕਰ ਚੱਲ ਰਿਹਾ ਹੈਗਾ। ਸਾਡੇ ਨਾਲ ਪੰਜਾਬ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਸੁਵੀਰ ਸਿੱਧੂ ਤੇ ਨਾਲ ਗੁਰਤੇਜ ਜੀ ਨੇ। ਗੱਲਬਾਤ ਕਰਕੇ ਸਮਝਾਂਗੇ ਕਿ ਆਖਰਕਾਰ ਇਸ ਐਕਟ ਦੀ ਜ਼ਰੂਰਤ ਕਿਉਂ ਮਹਿਸੂਸ ਕੀਤੀ ਜਾ ਰਹੀ ਹੈ। ਸਿੱਧੂ ਸਾਹਿਬ, ਬੜੀਆਂ ਘਟਨਾਵਾਂ ਲਗਾਤਾਰਤਾ ਦੇ ਵਿੱਚ ਵਾਪਰ ਰਹੀਆਂ ਨੇ। ਲੱਗਦਾ ਕਿ ਹੁਣ ਜਿਨ੍ਹਾਂ ਨੇ ਲੋਕਾਂ ਦੀ ਹਿਫਾਜ਼ਤ ਦਾ ਬੀੜਾ ਚੱਕਿਆ ਹੁੰਦਾ, ਅਦਾਲਤਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਵਾਜ਼ ਚੁੱਕਣੀ ਹੁੰਦੀ ਹੈ, ਹੁਣ ਉਹਨਾਂ ਨੂੰ ਵੀ ਇੱਕ ਆਵਾਜ਼ ਦੀ ਲੋੜ ਪੈ ਗਈ ਹੈ। ਵੈਸੇ ਨਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਤੁਸੀਂ ਇੰਟਰਨੈਸ਼ਨਲ ਸਫੀਅਰ ਦੇ ਵਿੱਚ ਜਿੱਥੇ ਵੀ ਡਿਵੈਲਪਡ ਕੰਟਰੀ ਦੇਖ ਲਓ ਨਾ, ਉੱਥੇ ਕਿਤੇ ਵੀ ਕੋਈ ਲੋਡ ਆਉਣ 'ਤੇ ਕਾਨੂੰਨ ਨਹੀਂ ਆਉਂਦੇ। ਉਹਦੇ 'ਚ ਸੋਚਿਆ ਜਾਂਦਾ ਹੈ ਪਹਿਲਾਂ ਕਿ ਅੱਜ ਤੋਂ 40 ਸਾਲ ਜਾਂ 50 ਸਾਲ ਬਾਅਦ ਕੀ ਪ੍ਰੋਬਲਮ ਆ ਸਕਦੀ ਹੈ, ਅਤੇ ਇੱਕ ਸੇਫ ਐਟਮੋਸਫੇਅਰ, ਜਿਵੇਂ ਫਰਜ਼ ਕਰੋ ਕਿਸੇ ਦਾ ਮਾਈਂਡ ਚੱਲਣ ਲਈ ਇੱਕ ਵਧੀਆ ਐਟਮੋਸਫੇਅਰ ਦੇਣ ਲਈ ਉਹ ਪਹਿਲਾਂ ਹੀ ਕਾਨੂੰਨ ਬਣ ਜਾਂਦੇ। ਅਸੀਂ ਇਹ ਨਹੀਂ ਕਹਿ ਰਹੇ ਕਿ ਅੱਜ ਦੀ ਘੜੀ ਦੇ ਵਿੱਚ ਇਹੋ ਜਿਹੀ ਜ਼ਰੂਰਤ ਆ ਗਈ। ਇਹ ਬਹੁਤ ਸਾਲਾਂ ਦਾ, ਮਤਲਬ ਜੇ ਤੁਸੀਂ ਇੰਸੀਡੈਂਟ ਹੋ, ਜਿਵੇਂ ਤੁਸੀਂ ਇੱਕ ਇੰਸੀਡੈਂਟ ਮੈਂਸ਼ਨ ਕੀਤਾ ਡਿੰਪਲ ਜੀ ਦਾ, ਜਿਹੜੇ ਕਿ ਸਾਡੇ ਚੇਅਰਮੈਨ ਸਨ ਯੂਪੀ ਬਾਰ ਕੌਂਸਲ ਦੇ, ਉਹਨਾਂ ਦੀ ਡੈਥ ਹੋ ਗਈ। ਉਹਨਾਂ ਨੂੰ ਬਰੌਡ ਡੇ ਲਾਈਟ ਦੇ ਵਿੱਚ ਮਰਡਰ ਕਰਤਾ ਸੀ। ਹੁਣ ਇਹ ਇੰਸੀਡੈਂਟ 3-4 ਸਾਲ ਪੁਰਾਣਾ ਹੈ, ਅਤੇ ਇਹੋ ਜਿਹੇ ਬਹੁਤ ਅਕਿਊਮੂਲੇਟਿਡ ਇੰਸੀਡੈਂਟਸ ਨੇ ਜਿਹੜੇ ਕਿ ਪਿਛਲੇ 10-15 ਸਾਲ ਦੇ ਨੇ, ਜਿਹਦੇ 'ਚ ਐਡਵੋਕੇਟਸ ਨੂੰ ਲੱਗ ਰਿਹਾ ਕਿਤੇ ਨਾ ਕਿਤੇ ਕਲਾਇੰਟਸ ਜਾਂ ਕੋਈ ਡਿਸਗਰੰਟਲਡ ਪਾਰਟੀਜ਼ ਜਾਂ ਕੋਈ ਐਂਟੀ ਸੋਸ਼ਲ ਐਲੀਮੈਂਟਸ ਇਸ ਹੱਦ ਤੱਕ ਚੱਲ ਜਾਂਦੇ ਕਿ ਉਹ ਹਾਰਮ ਵੀ ਪਹੁੰਚਾ ਦਿੰਦੇ। ਇਸ ਕਰਕੇ ਸਾਨੂੰ ਇਹ ਲੱਗ ਰਿਹਾ ਕਿ ਆਜ਼ਾਦੀ ਦੇ 75ਵਾਂ ਸਾਲ ਦੇ ਵਿੱਚ ਇਹ ਚੀਜ਼ ਸਾਨੂੰ ਰੇਜ਼ ਕਰਨੀ ਬਹੁਤ ਜ਼ਰੂਰੀ ਹੈ। ਤੁਸੀਂ ਜ਼ਿਕਰ ਕਰ ਰਹੇ ਹੋ APA ਜਾਣੀ ਕਿ ਐਡਵੋਕੇਟਸ ਪ੍ਰੋਟੈਕਸ਼ਨ ਐਕਟ ਦਾ। ਇਸ ਐਕਟ ਦਾ ਜੇ ਅਸੀਂ ਜ਼ਿਕਰ ਕਰੀਏ, ਇਹਦੇ ਵਿੱਚ ਕੀ ਤੁਸੀਂ ਚਾਹੁੰਦੇ ਹੋ ਕਿਹੜੀਆਂ ਚੀਜ਼ਾਂ ਹੋ ਜਾਣੀਆਂ ਚਾਹੀਦੀਆਂ ਤਾਂ ਜੋ ਸਰਕਾਰ ਤੇ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਭਰੋਸਾ ਹੋਵੇ ਵੀ ਕਿ ਐਡਵੋਕੇਟ ਜਿਹੜਾ ਹੈਗਾ ਉਹਨਾਂ ਦੀ ਆਵਾਜ਼ ਰੱਖੇਗਾ ਜੀ। ਅਤੇ ਜਿਹੜੇ ਵੀ ਇਹੋ ਜਿਹੇ ਪ੍ਰੋਟੈਕਸ਼ਨ ਬਿੱਲ ਹੁੰਦੇ ਨੇ ਉਹਨਾਂ ਦੇ ਕੁਝ ਕੀ ਸੇਲੀਐਂਟ ਫੀਚਰਸ ਹੁੰਦੇ ਨੇ, ਵੈਸੇ ਕਾਮਨ ਹੁੰਦੇ ਆ ਹਰ ਥਾਂ 'ਤੇ। ਤਾਂ ਇਹਦੇ 'ਚ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਵੀ ਐਡਵੋਕੇਟ ਦੇ ਖਿਲਾਫ, ਜਿਵੇਂ ਗਰੇਵਾਲ ਸਾਹਿਬ ਨੇ ਪਹਿਲਾਂ ਪੁਆਇੰਟ ਆਊਟ ਕੀਤਾ ਕਿ ਜਿਹੜੇ ਓਫੈਂਸਿਸ ਹੋਣ, ਜੇ ਖਾਸ ਕਰ ਕਿਸੇ ਐਡਵੋਕੇਟ ਦੇ ਖਿਲਾਫ ਹੋਣ, ਉਹ ਐਕਟ ਆਫ ਵਾਇਲੈਂਸ ਮੰਨੀ ਜਾਵੇ ਅਤੇ ਉਹ ਕੋਗਨੀਜ਼ੇਬਲ ਹੋਣ, ਜਿਹਦੇ ਸਰਕਾਰ ਇਮੀਡੀਏਟਲੀ ਐਕਸ਼ਨ ਲੈ ਸਕੇ, ਅਤੇ ਉਹਨਾਂ ਦਾ ਪੀਨਲ ਪ੍ਰੋਵੀਜ਼ਨ ਜਿਹੜਾ ਹੋਵੇ ਉਹ ਹਾਇਰ ਹੋਵੇ ਰਾਦਰ ਦੈਨ ਦੀ ਅਦਰ ਡਿਗਰੀ। ਉਹਦੇ ਨਾਲ ਇੱਕ ਤਾਂ ਇਹ ਹੈ ਕਿ ਪ੍ਰੀਵੈਂਟਿਵ ਮੈਜਰ ਹੋ ਜਾਊਗਾ, ਪ੍ਰੀਕਾਸ਼ਨ ਹੋ ਜਾਊਗਾ, ਅਤੇ ਐਡਵੋਕੇਟਸ ਦੇ ਮਨ ਦੇ ਵਿੱਚ ਇਹ ਗੱਲ ਦਾ ਵਿਸ਼ਵਾਸ ਰਹੂਗਾ ਕਿ ਉਹ ਕੰਮ ਈਜ਼ੀਲੀ ਕਰ ਸਕਦੇ ਆ। ਇੱਕ ਪ੍ਰੋਟੈਕਟਿਵ ਅੰਬਰੇਲਾ ਹੋ ਜਾਊਗਾ। ਸੈਕੰਡਲੀ, ਕੰਪਨਸੇਸ਼ਨ ਦਾ ਪ੍ਰੋਵੀਜ਼ਨ ਹੋਵੇ, ਜਿੱਥੇ ਐਡਵੋਕੇਟ ਨੂੰ ਆਏ ਉਹਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੋਵੇ ਕਿ ਕੱਲ੍ਹ ਮੈਨੂੰ ਫਿਊਚਰ ਦੇ ਵਿੱਚ ਕੋਈ ਡਿਸਟਰਬੈਂਸ ਮਿਲ ਸਕਦੀ ਹੈ, ਕੋਈ ਪ੍ਰੋਬਲਮ ਆ ਸਕਦੀ ਹੈ, ਤਾਂ ਉਹ ਸਰਕਾਰ ਵੱਲੋਂ ਉਹਦੇ 'ਚ ਪ੍ਰੋਵੀਜ਼ਨ ਹੋਵੇ ਕਿ ਕੰਪਨਸੇਸ਼ਨ ਕਿਵੇਂ ਐਡਵੋਕੇਟ ਦੀ ਫੈਮਿਲੀ ਤੱਕ ਪਹੁੰਚਾਉਣੀ ਹੈ। ਥਰਡ ਪ੍ਰੋਵੀਜ਼ਨ ਇਹ ਹੈ ਕਿ ਜੇ ਇਨ ਕੇਸ ਲੱਗਦਾ ਹੋਵੇ ਕਿ ਕੋਈ ਵੀ ਐਕਸ਼ਨ ਜਿਵੇਂ ਕੋਈ ਫਾਲਸ ਇੰਪਲੀਕੇਸ਼ਨ ਹੋ ਜਾਂਦੀ ਹੈ, ਕਿਸੇ ਐਡਵੋਕੇਟ ਦੇ ਖਿਲਾਫ ਕੋਈ ਝੂਠੇ ਕੇਸ ਪਾ ਜਾਂਦੀ ਹੈ ਦੂਜੀ ਪਾਰਟੀਜ਼, ਤਾਂ ਉਸ ਫਾਲਸ ਇੰਪਲੀਕੇਸ਼ਨ ਨੂੰ ਕਿਸ ਲੈਵਲ ਦੇ ਅਫਸਰ ਜਾਂ ਕਿਸ ਲੈਵਲ ਦੇ ਬੰਦੇ ਉਹਦੀ ਇਨਕੁਆਇਰੀ ਕਰਨ। ਫੋਰਥ ਪੋਸੀਬਿਲਿਟੀ ਇਹ ਹੋ ਸਕਦੀ ਹੈ ਕਿ ਜਿੱਥੇ ਕਿਤੇ ਐਡਵੋਕੇਟ ਦੀ ਕਲਾਇੰਟ ਦੇ ਨਾਲ ਪ੍ਰਿਵਿਲੇਜ ਕਮਿਊਨੀਕੇਸ਼ਨ ਹੁੰਦੀ ਹੈ, ਉਹ ਪ੍ਰਿਵਿਲੇਜ ਕਮਿਊਨੀਕੇਸ਼ਨ, ਕਿਉਂਕਿ ਕਲਾਇੰਟ ਦੇ ਨਾਲ ਤਾਂ ਐਡਵੋਕੇਟ ਕਿਸੇ ਵੀ ਹੱਦ ਤੱਕ ਕੋਈ ਵੀ ਚੀਜ਼ ਡਿਸਕਸ ਕਰ ਸਕਦਾ, ਤਾਂ ਹੀ ਉਹ ਜਾ ਕੇ ਕੋਰਟ ਦੇ ਵਿੱਚ ਇੱਕ ਕੰਡੈਂਸਡ ਫਾਰਮ ਦੇ ਵਿੱਚ ਇਨਫੋਰਮੇਸ਼ਨ ਰੱਖਦਾ। ਤਾਂ ਜੇ ਕੋਈ ਇਹੋ ਜਿਹੀ ਇਨਫੋਰਮੇਸ਼ਨ ਕਿਸੇ ਇਨਵੈਸਟੀਗੇਟਿੰਗ ਏਜੰਸੀ ਕੋਲ ਜਾਂਦੀ ਹੈ, ਤਾਂ ਉਹ ਮੰਨਿਆ ਜਾਵੇ ਕਿ ਉਹ ਧੱਕੇ ਨਾਲ ਅੰਡਰ ਕੁਐਰਸ਼ਨ ਅਤੇ ਅੰਡਰ ਡਿਊਰੈਸ ਲਿੱਤੀ ਗਈ ਹੈ। ਇਹ ਅਸੀਂ ਹੋਰ ਵੀ ਕਈ ਚੀਜ਼ਾਂ ਇੰਟਰ ਆਲੀਆ ਅਸੀਂ ਮੈਂਸ਼ਨ ਕੀਤੀਆਂ। ਅਸੀਂ ਤਾਂ ਸਿਰਫ ਇਹ ਸਰਕਾਰ ਕੋਲੋਂ ਇਸ ਲੈਜਿਸਲੇਸ਼ਨ ਰਾਹੀਂ ਕੋਈ ਐਕਸਟਰਾ ਅਤੇ ਪ੍ਰੈਫਰੈਂਸ਼ੀਅਲ ਟਰੀਟਮੈਂਟ ਨਹੀਂ ਚਾਹ ਰਹੇ। ਅਸੀਂ ਸਿਰਫ ਇਹ ਚਾਹ ਰਹੇ ਹਾਂ ਕਿ ਸਰਕਾਰ ਇਸ ਲੈਜਿਸਲੇਸ਼ਨ ਰਾਹੀਂ ਇੱਕ ਪ੍ਰੋਟੈਕਟਿਵ ਅੰਬਰੇਲਾ ਦੇਵੇ। ਇਹੋ ਜਿਹੀ ਲੈਜਿਸਲੇਸ਼ਨਸ ਡਾਕਟਰਸ ਲਈ ਵੀ ਐਗਜ਼ਿਸਟ ਕਰਦੀਆਂ, ਮੀਡੀਆ ਪਰਸਨਸ ਤੁਹਾਡੇ ਲਈ ਵੀ ਕਈ ਸਟੇਟਸ ਦੇ ਵਿੱਚ ਐਗਜ਼ਿਸਟ ਕਰਦੀਆਂ। ਅਤੇ ਰਾਜਸਥਾਨ ਸਰਕਾਰ ਨੇ ਕੁਝ ਸੋਚਿਆ ਹੋਣਾ, ਤਾਂ ਹੀ ਜਾ ਕੇ ਉਹਨਾਂ ਨੇ ਐਡਵੋਕੇਟਸ ਪ੍ਰੋਟੈਕਸ਼ਨ ਬਿੱਲ ਪਾਸ ਕੀਤਾ। ਅਤੇ ਇਹੋ ਜਿਹੇ ਇੰਸੀਡੈਂਟ ਸਾਡੇ ਕੋਲੇ ਨਿਊਮਰਸ ਇੰਸੀਡੈਂਟਸ ਅਸੀਂ ਸਰਕਾਰ ਕੋਲੇ ਪੇਸ਼ ਕਰ ਸਕਦੇ ਹਾਂ, ਅਤੇ ਕਰਨਾ ਵੀ ਚਾਹੁੰਦੇ ਹਾਂ। ਅਸੀਂ ਆਉਣ ਵਾਲੇ ਦਿਨਾਂ ਵਿੱਚ ਕਰਾਂਗੇ ਵੀ, ਅਤੇ ਇਹ ਚੀਜ਼ ਅਸੀਂ ਸਰਕਾਰ ਅੱਗੇ ਰੱਖਾਂਗੇ, ਅਤੇ ਸਰਕਾਰ ਨੂੰ ਮੁਨਾਸਿਬ ਸਾਡੀ ਗੱਲ 'ਤੇ ਛੇਤੀ ਤੋਂ ਛੇਤੀ ਐਕਸ਼ਨ ਲੈਣਾ ਚਾਹੀਦਾ। ਅਸੀਂ ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀ ਕਿੰਨੇ ਕੁ ਕੇਸਿਸ, ਅਸੀਂ ਜੇ ਪੰਜਾਬ ਤੇ ਹਰਿਆਣਾ ਦੀ ਖਾਸ ਕਰਕੇ ਗੱਲ ਕਰ ਲਈ ਕਿਉਂਕਿ ਤੁਹਾਡੇ ਤੋਂ ਇੱਥੇ ਦੇ ਵੇਰਵੇ ਹੋਣਗੇ, ਕਿੰਨੇ ਕੁ ਕੇਸਿਸ ਰੈਂਡਮਲੀ ਆ ਰਹੇ ਨੇ ਜਿਹਨਾਂ ਦੇ ਵਿੱਚ ਵਕੀਲ ਨੂੰ ਸਿੱਧੇ ਤੌਰ ਤੇ ਫੋਨ ਕਾਲ ਤੇ ਧਮਕੀਆਂ ਆ ਰਹੀਆਂ ਜਾਂ ਫਿਰ ਉਹਨਾਂ ਤੇ ਅਟੈਕ ਹੋ ਜਾਂਦੇ? ਤੁਸੀਂ ਨਾ ਜੇ ਤੁਸੀਂ ਇੱਕ ਕੈਟੇਗਰੀ ਮੰਨੋ ਤਾਂ ਧਮਕੀ ਦਾ ਜਾਂ ਐਕਟ ਆਫ ਵਾਇਲੈਂਸ ਦਾ ਜਾਂ ਇੰਟੀਮੀਡੇਸ਼ਨ ਦਾ ਜਾਂ ਘਰ ਤੱਕ ਪਹੁੰਚਣ ਦਾ ਜਾਂ ਵਕੀਲ ਤੇ ਵਾਕਈ ਅਟੈਕ ਕਰ ਦੇਣਾ, ਇਹੋ ਜਿਹੇ ਸਾਨੂੰ ਹਰ ਤੀਜੇ ਦਿਨ ਇੰਸੀਡੈਂਟਸ ਰਿਪੋਰਟਸ ਹੁੰਦੇ।
ਸਾਡੇ ਕੋਲੇ ਪੰਜਾਬ ਤੋਂ ਵੀ, ਹਰਿਆਣੇ ਤੋਂ ਵੀ, ਚੰਡੀਗੜ੍ਹ ਤੋਂ ਵੀ ਸਾਨੂੰ ਹਰ ਤੀਜੇ ਦਿਨ ਕਿਤੇ ਨਾ ਕਿਤੇ ਕੋਈ ਡਿਸਟ੍ਰਿਕਟ ਦੇ ਵਿੱਚ ਇਨਸੀਡੈਂਟ ਰਿਪੋਰਟ ਹੁੰਦਾ ਹੈ। ਮੈਂ ਤੇ ਗਰੇਵਾਲ ਸਾਹਿਬ ਆਪਦੇ ਲੈਵਲ ਤੇ ਅਸੀਂ ਜੋ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰ ਸਕਦੇ ਹਾਂ, ਸਪੀਡੀ ਤਰੀਕੇ ਦੇ ਨਾਲ ਅਸੀਂ ਐਡਮਿਨਿਸਟ੍ਰੇਸ਼ਨ ਤੋਂ ਹੈਲਪ ਲੈਂਦੇ ਹਾਂ। ਸਾਡੀ ਐਡਮਿਨਿਸਟ੍ਰੇਸ਼ਨਸ ਕਈ ਲੈਵਲ ਤੇ ਕਰਦੀ ਵੀ ਹੈ ਸਾਡਾ ਹੱਲ, ਤੇ ਅਸੀਂ ਮਤਲਬ ਇਹ ਇਟ ਇਜ਼ ਅ ਰੂਟੀਨ ਅਫੇਅਰ। ਕੋਈ ਇਹੋ ਜਿਹਾ ਹਫਤਾ, ਮੇਰੀ ਟਰਮ ਦੇਖੋ ਹੁਣ ਸਟਾਰਟ ਹੋ ਗਈ ਸੀ 14 ਜੁਲਾਈ ਤੋਂ, ਕੋਈ ਇਹੋ ਜਿਹਾ ਹਫਤਾ ਹੀ ਨਿਕਲਿਆ ਹੋਊਗਾ ਜਿਹਦੇ ਵਿੱਚ ਮੈਨੂੰ ਕੋਈ ਇਹੋ ਜਿਹਾ ਇਨਸੀਡੈਂਟ ਨਾ ਹੋਇਆ ਹੋਵੇ ਤੇ ਕਿਸੇ ਲੋਕਲ ਲੈਵਲ ਤੇ ਡਿਸਟ੍ਰਿਕਟ ਜਾਂ ਸਬ ਡਿਵੀਜ਼ਨ ਬਾਰ ਐਸੋਸੀਏਸ਼ਨ ਨੇ ਇਸ ਤੇ ਹੜਤਾਲ ਨਾ ਕੀਤੀ ਹੋਵੇ। ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਤੁਸੀਂ ਹੁਣ ਮਹਿਸੂਸ ਕਰ ਰਹੇ ਹੋ ਕਿ ਬਾਹਰਲੀ ਅਸੀਂ ਕੰਟਰੀਆਂ ਦਾ ਜ਼ਿਕਰ ਕੀਤਾ, ਤੁਸੀਂ ਵੀ ਥੋੜ੍ਹਾ ਜਿਹਾ ਜ਼ਿਕਰ ਕਰ ਰਹੇ ਸੀਗੇ ਕਿ ਜਿਸ ਤਰੀਕੇ ਨਾਲ ਉੱਥੇ ਪਹਿਲਾਂ ਹੀ ਇੱਕ ਤਿਆਰੀ ਕੀਤੀ ਹੁੰਦੀ ਹੈ ਕਿ ਪਹਿਲਾਂ ਜੇ ਇੱਦਾਂ ਦੀਆਂ ਚੀਜ਼ਾਂ ਹੋ ਸਕਦੀਆਂ ਤਾਂ ਉਹਦੇ ਸੰਦਰਭ ਦੇ ਵਿੱਚ ਪਹਿਲੀ ਕਾਨੂੰਨ ਬਣਾ ਲਿਆ ਜਾਵੇ। ਤੁਸੀਂ ਇੱਕ ਜ਼ਿਕਰ ਵੀ ਕਰ ਰਹੇ ਸੀ ਕਿਉਂਕਿ ਇਹ ਵੀ ਹੁੰਦਾ ਕਿ ਚੈਂਬਰ ਦੇ ਵਿੱਚੋਂ ਹੀ ਕਈ ਵੇਲੇ ਜਿਹੜੇ ਬੰਦਾ ਆਪਣੀ ਬੇਲ ਭਰਨ ਆਇਆ ਹੁੰਦਾ ਉਸ ਤੋਂ ਪਹਿਲਾਂ ਹੀ ਉਹਨੂੰ ਅਰੈਸਟ ਕਰ ਲਿਆ ਜਾਂਦਾ। ਤਾਂ ਇਹ ਸਾਰੀਆਂ ਚੀਜ਼ਾਂ ਅਸੀਂ ਫਿਲਮਾਂ ਦੇ ਜ਼ਰੀਏ ਜਾਂ ਅਕਸਰ ਲੋਕਾਂ ਦੇ ਜ਼ਰੀਏ ਜਿਹੜੇ ਬਾਹਰਲੀਆਂ ਕੰਟਰੀਆਂ 'ਚ ਰਹਿੰਦੇ ਨੇ ਉਹਨਾਂ ਦੇ ਜ਼ਰੀਏ ਦੇਖਦੇ ਨੇ, ਉਹ ਸਭ ਤੋਂ ਪਹਿਲਾਂ ਇਹੀ ਕਹਿੰਦੇ ਨੇ ਕਿ ਮੈਂ ਆਪਣੇ ਐਡਵੋਕੇਟ ਦੇ ਜ਼ਰੀਏ ਗੱਲ ਕਰਾਂਗਾ। ਲੱਗਦਾ ਕਿ ਸਾਡੇ ਮੁਲਕ ਦੇ ਵਿੱਚ ਉਹ ਵਾਲੀ ਜਿਹੜੀ ਇੱਕ ਖੁੱਲ੍ਹ ਹੁੰਦੀ ਹੈ, ਕੋਈ ਵੀ ਵਿਅਕਤੀ ਜਿਹੜਾ ਆਪਣੇ ਐਡਵੋਕੇਟ ਦਾ ਜ਼ਿਕਰ ਕਰਦਾ ਸਭ ਤੋਂ ਪਹਿਲਾਂ, ਉਹ ਨਹੀਂ ਹੈਗੀ। ਨਹੀਂ, ਤੁਸੀਂ ਇਹਦੇ 'ਚ ਨਾ ਮੁਲਕ ਦਾ ਕਸੂਰ ਨਹੀਂ ਹੈ। ਇਹਦੇ 'ਚ ਦੇਖੋ ਜਿੱਥੇ ਕਿਤੇ ਮੋਰਲ ਫੈਬਰਿਕ ਦੀ ਗੱਲ ਆਉਂਦੀ ਹੈ ਨਾ ਸੁਸਾਇਟੀ ਦੇ ਵਿੱਚ, ਦੇਖੋ ਐਂਟੀ ਸੋਸ਼ਲ ਐਲੀਮੈਂਟ ਵੱਧ ਜਾਣੇ ਤਾਂ ਇਹ ਕਿਤੇ ਨਾ ਕਿਤੇ ਆਪਣੀ ਮੋਰਲ ਫੈਬਰਿਕ ਆਪਣੇ ਦਿਮਾਗ ਦੇ ਵਿੱਚ ਵੀ ਆ ਸੁਸਾਇਟੀ ਲੈਵਲ ਤੇ ਆਪਾਂ ਨੂੰ ਵੀ ਮੰਥਨ ਕਰਨਾ ਹੀ ਪਊਗਾ। ਕਿਉਂ? ਤਾਂ ਸਾਨੂੰ ਇਹ ਲੱਗਦਾ ਹੈ ਕਿ ਰੀਸੈਂਟ ਕਾਫੀ ਟਾਈਮ ਦੇ ਵਿੱਚ 10-15 ਸਾਲਾਂ ਦੇ ਵਿੱਚ ਇਹੋ ਜਿਹੇ ਕਾਫੀ ਅਟੈਕਸ ਵੱਧ ਗਏ ਨੇ। ਇੰਟਰਨੈਸ਼ਨਲ ਲੈਵਲ ਤੇ ਇਹ ਚੀਜ਼ ਮੰਨੀ ਜਾਂਦੀ ਹੈ ਕਿ ਹਰੇਕ ਨੂੰ ਇੱਕ ਵਕੀਲ ਕਰਨ ਦਾ ਹੱਕ ਹੈ। ਤੁਸੀਂ ਹਰ ਕਿਤੇ ਦੇਖਦੇ ਹੋ, ਆਮ ਬੰਦਾ ਵੀ ਇਹ ਦੇਖਦਾ, ਪਰ ਜੇ ਉਹ ਵਕੀਲ ਅੰਦਰੋਂ ਡਰਿਆ ਮਹਿਸੂਸ ਕਰੇ ਤਾਂ ਕੀ ਤੁਹਾਡੀ ਉਹ ਪੈਰਵਾਈ ਕਰੂਗਾ? ਉਹ ਵਕੀਲ ਤਾਂ ਅੱਜ ਕੱਲ੍ਹ ਕੇਸ ਫੜਨੋਂ ਵੀ ਮਨਾ ਕਰ ਦਿੰਦੇ ਨੇ। ਤਾਂ ਉਹ ਵਕੀਲਾਂ ਦੇ ਘਰ ਬਾਅਦ ਦੇ ਵਿੱਚ ਜਾ ਕੇ ਅਟੈਕ ਹੁੰਦੇ ਆ, ਉਹਨਾਂ ਦੀ ਫੈਮਲੀਜ਼ 'ਤੇ ਹੁੰਦੇ ਆ। ਉਹਨਾਂ ਨੂੰ ਆਪ ਡੇਲੀ ਲੈਵਲ 'ਤੇ ਇਹੋ ਜਿਹੇ ਸਟ੍ਰੈਸ ਕਰਨੇ ਪੈਂਦੇ ਨੇ। ਜੇ ਅਸੀਂ ਫਰਜ਼ ਕਰੋ ਸਭ ਕੁਝ ਪਬਲਿਕ ਅੱਗੇ ਰੱਖ ਦਈਏ ਤਾਂ ਇਹ ਗੱਲ ਕਲੀਅਰ ਹੋ ਜੂਗੀ ਕਿ ਪਬਲਿਕ ਵੀ ਸੋਚੂਗੀ ਕਿ ਜੀ ਇਹ ਵਾਕਈ ਵਕੀਲਾਂ ਨੂੰ ਆਪਦੀ ਪ੍ਰੋਫੈਸ਼ਨਲ ਡਿਊਟੀ ਦੇਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ। ਗੁਰਤੇਜ ਜੀ, ਜੇ ਸਮਝਣ ਦੀ ਕੋਸ਼ਿਸ਼ ਕਰੀ, ਜਿਵੇਂ ਸਰ ਨੇ ਬਹੁਤ ਕੁਝ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੱਸੀਆਂ ਨੇ, ਪਰ ਕਿਹਾ ਜਾਂਦਾ ਕਿ ਆਮ ਤੌਰ 'ਤੇ ਵਕੀਲ ਤਾਂ ਬੜੇ ਪਾਵਰਫੁਲ ਹੁੰਦੇ ਨੇ ਅਤੇ ਉਹਨਾਂ ਨੂੰ ਵੀ ਪ੍ਰੋਟੈਕਸ਼ਨ ਦੀ ਲੋੜ ਪੈ ਗਈ ਇਸ ਵੇਲੇ। ਇੱਦਾਂ ਦੇ ਹਾਲਾਤ ਕਿਉਂ ਬਣ ਗਏ ਤੁਹਾਡੇ ਸਾਹਮਣੇ? ਇਹ ਹਾਲਾਤ ਇਸ ਤਰ੍ਹਾਂ ਹੈ ਜੀ, ਜਿਹੜਾ ਵਕੀਲ ਹੈ ਇਹ ਜਸਟਿਸ ਡਿਲੀਵਰੀ ਸਿਸਟਮ ਦਾ ਇੱਕ ਬਹੁਤ ਇੰਪੋਰਟੈਂਟ ਅੰਗ ਹੈ। ਉਹ ਤਾਂ ਹੀ ਬਿਨਾਂ ਕਿਸੇ ਡਰ ਤੋਂ ਨਿਰਭੈ ਹੋ ਕੇ ਮਤਲਬ ਆਪਦੇ ਕੇਸ ਦੀ, ਆਪਣੇ ਮੁਵੱਕਲ ਦੀ ਤਾਂ ਹੀ ਪੈਰਵਾਈ ਕਰ ਸਕੂ ਜੇ ਉਹਨੂੰ ਕਿਸੇ ਵੀ ਕਿਸਮ ਦਾ ਕੋਈ ਡਰ ਨਹੀਂ ਹੋਊਗਾ। ਕਿਉਂਕਿ ਅੱਜ ਕੱਲ੍ਹ ਕੀ ਹੈ, ਜਿਸ ਤਰ੍ਹਾਂ ਪਹਿਲਾਂ ਤੁਸੀਂ ਦੱਸਿਆ ਵੀ ਜਾਂ ਦੇਖਿਆ ਵੀ ਆ, ਵੱਡੇ ਵੱਡੇ ਹਾਈ ਪ੍ਰੋਫਾਈਲ ਕੇਸ, ਗੈਂਗਸਟਰ ਦੇ ਕੇਸ, ਕਿਉਂਕਿ ਵਕੀਲ ਕੋਲੇ ਆਲਵੇਜ਼ ਹਮੇਸ਼ਾ ਜ਼ਿਆਦਾਤਰ ਕੀ ਹੁੰਦਾ, ਇੱਕ ਨਿਮਾਣੇ ਦੀ ਮਦਦ ਕਰਨੀ ਹੁੰਦੀ ਹੈ। ਜਿਹੜਾ ਬੰਦਾ ਦੁਖੀ ਹੋ ਕੇ ਪਹਿਲਾਂ ਆਇਆ, ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਧੱਕਾ ਹੋਇਆ, ਉਹਦਾ ਜਿਹੜਾ ਉਹਦੇ ਨਾਲ ਧੱਕਾ ਹੋਇਆ, ਜੋ ਉਹਦਾ ਅਸੀਂ ਕੇਸ ਅੱਗੇ ਪ੍ਰੋਪਰ ਤਰੀਕੇ ਨਾਲ ਬਿਨਾਂ ਕਿਸੇ ਡਰ ਤੋਂ ਨਹੀਂ ਪੁੱਟ ਕਰ ਸਕਾਂਗੇ ਤਾਂ ਉਹਨੂੰ ਨਿਆਂ ਮਿਲਣ ਦੇ ਵਿੱਚ ਵੀ ਬਹੁਤ ਵੱਡੀ ਮੁਸ਼ਕਲ ਆਉਂਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂਕਿ ਅਸੀਂ ਡਿਸਟ੍ਰਿਕਾਂ ਦੇ ਵਿੱਚ ਵਕਾਲਤ ਕਰਦੇ ਹਾਂ, ਅਕਸਰ ਦੇਖਣ ਨੂੰ ਆਉਂਦੀਆਂ ਕਿ ਜੀ ਵਿਰੋਧੀ ਪਾਰਟੀ ਵਕੀਲ ਦੇ ਚੈਂਬਰ 'ਚ ਵੜ ਗਈ ਅਤੇ ਚੈਂਬਰ ਦੇ ਵਿੱਚ ਜਾ ਕੇ ਉਹਦੇ ਨਾਲ ਧੱਕਾ ਮੁੱਕੀ ਕੀਤੀ। ਉਹ ਧੱਕਾ ਮੁੱਕੀ ਜੇ ਕੋਈ ਪੁਲਿਸ ਕੋਲ ਸ਼ਿਕਾਇਤ ਜਾਂਦੀ ਹੈ ਜਾਂ ਕਿਤੇ ਵੀ ਜਾਂਦੀ ਹੈ ਤਾਂ ਉਹ ਉਸੇ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਜੀ 57 ਹੋ ਗਈ ਜਾਂ ਸਿੰਪਲ 323 ਹੈ ਜੀ, ਤੁਸੀਂ ਕੰਪਲੇਂਟ ਦਾਇਰ ਕਰ ਲਓ। ਤਾਂ ਸਾਡਾ ਐਡਵੋਕੇਟ ਪ੍ਰੋਟੈਕਸ਼ਨ ਐਕਟ ਹੈ ਜਿਹੜਾ, ਇਹਦਾ ਮੰਗਣ ਦਾ ਮੇਨ ਰੀਜ਼ਨ ਕੀ ਹੈ ਕਿ ਇਸ ਤਰ੍ਹਾਂ ਦਾ ਜੇ ਕਿਤੇ ਕੋਈ ਘਟਨਾ ਵਾਪਰਦੀ ਹੈ ਤਾਂ ਪੁਲਿਸ ਉਹਦੇ ਵਿੱਚ ਚੰਗੀ ਕਾਰਵਾਈ ਹੋ ਸਕੇ, ਤਾਂ ਕਿ ਲੋਕਾਂ ਨੂੰ ਇਸ ਚੀਜ਼ ਦਾ ਇੱਕ ਡਰ ਹੋਵੇ ਕਿ ਜੇ ਅਸੀਂ ਵਕੀਲ ਦੇ ਚੈਂਬਰ 'ਚ ਜਾ ਕੇ ਜਾਂ ਵਕੀਲ ਨੂੰ ਕਿਤੇ ਰਸਤੇ ਦੇ ਵਿੱਚ ਉਹਨੂੰ ਆਪਦੀ ਡਿਊਟੀ ਨਿਭਾਉਣ ਤੋਂ ਰੋਕਦੇ ਹਾਂ, ਕੋਈ ਉਹ 'ਚ ਹਿੰਡਰੈਂਸ ਕਰਦੇ ਹਾਂ, ਤਾਂ ਸਾਡੇ ਖਿਲਾਫ ਸਖਤ ਕਾਰਵਾਈ ਹੋਊਗੀ। ਤਾਂ ਉਹ ਪ੍ਰੋਵੀਜ਼ਨ ਅਸੀਂ ਐਡਵੋਕੇਟ ਐਕਟ ਪ੍ਰੋਟੈਕਸ਼ਨ ਐਕਟ ਦੇ ਵਿੱਚ ਚਾਹੁੰਦੇ ਹਾਂ। ਜਿਹੜੇ ਵੈਸੇ ਜੇ ਇਸ ਐਕਟ ਦਾ ਜ਼ਿਕਰ ਕਰੀਏ, ਤੁਹਾਨੂੰ ਲੱਗਦਾ ਨਹੀਂ ਕਿ ਇਸ ਐਕਟ ਦਾ ਮਿਸਯੂਜ਼ ਵੀ ਹੋ ਸਕਦਾ? ਕਿਉਂਕਿ ਹਰੇਕ ਲੋਕਾਂ ਦੀ ਅਸੀਂ ਗੱਲ ਕਰੀਏ, ਹਰੇਕ ਵਰਤੀਰੇ ਦੀ ਗੱਲ ਕਰੀਏ ਤਾਂ ਹਰੇਕ ਤਰ੍ਹਾਂ ਦੇ ਵਰਤੀ ਦੇ ਲੋਕ ਹੁੰਦੇ ਨੇ, ਤੇ ਕੋਈ ਲੋਕ ਇਹਦਾ ਮਿਸਯੂਜ਼ ਵੀ ਕਰ ਸਕਦੇ ਨੇ, ਜਾਣ ਕੇ ਕਹਿ ਸਕਦੇ ਨੇ ਕਿ ਸਾਡੇ 'ਤੇ ਹਮਲਾ ਹੋਇਆ, ਇਸ ਕਰਕੇ ਇਸ ਐਕਟ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਹੀਂ, ਉਹ ਪਹਿਲਾਂ ਚੇਅਰਮੈਨ ਸਾਹਿਬ ਨੇ ਵੀ ਕਿਹਾ ਕਿ ਅਸੀਂ ਪ੍ਰੋਟੈਕਸ਼ਨ ਚਾਹੁੰਦੇ ਹਾਂ ਓਨਲੀ ਇਨ ਡਿਸਚਾਰਜ ਆਫ ਆਵਰ ਲੀਗਲ ਡਿਊਟੀ। ਮੈਂ ਆਪਣੀ ਪ੍ਰਾਈਵੇਟ ਲਾਈਫ ਦੇ ਵਿੱਚ ਆਪਦੇ ਪਿੰਡ ਗਿਆ, ਕਿਤੇ ਹੋਰ ਗਿਆ, ਜਾਂ ਮੈਂ ਸ਼ਹਿਰ ਦੇ ਵਿੱਚ ਹਾਂ, ਮੇਰਾ ਕਿਸੇ ਨਾਲ ਝਗੜਾ ਹੁੰਦਾ ਜਾਂ ਮੈਂ ਝਗੜਾ ਕਰਦਾ, ਅਸੀਂ ਉਹਦੇ ਵਿੱਚ ਕੋਈ ਪ੍ਰੋਟੈਕਸ਼ਨ ਨਹੀਂ ਮੰਗਦੇ। ਅਸੀਂ ਸਿਰਫ ਪ੍ਰੋਟੈਕਸ਼ਨ ਉੱਥੇ ਮੰਗਦੇ ਹਾਂ ਕਿ ਜਿੱਥੇ ਸਾਨੂੰ ਡਿਸਚਾਰਜ ਆਫ ਆਵਰ ਲੀਗਲ ਡਿਊਟੀ ਕੋਈ ਇਸ ਤਰ੍ਹਾਂ ਦੀ ਗੱਲ, ਕਿਉਂਕਿ ਇਹ ਬਹੁਤ ਹੁੰਦੀ ਹੈ, ਇਹਦੇ ਵਿੱਚ ਸਾਨੂੰ ਪ੍ਰੋਬਲਮ ਵੀ ਬੜੀ ਆਉਂਦੀ ਹੈ ਪੂਰੇ ਪੰਜਾਬ ਹਰਿਆਣਾ ਦੇ ਵਿੱਚ। ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਇੱਕ ਜਗ੍ਹਾ 'ਤੇ ਕੋਈ ਘਟਨਾ ਵਾਪਰ ਜਾਂਦੀ ਹੈ, ਰਾਦਰ ਇਹ ਮੈਂ ਕਹਿੰਦਾ ਵੀ ਜਸਟਿਸ ਡਿਲੀਵਰੀ ਸਿਸਟਮ ਦਾ ਜਾਂ ਕੋਰਟਸ ਦੀ ਇੱਕ ਤਰ੍ਹਾਂ ਨਾਲ ਹੈਲਪ ਹੋਏਗੀ ਕਿ ਜਿਹੜਾ ਵਕੀਲਾਂ ਨੂੰ ਫਿਰ ਸਟ੍ਰਾਈਕਾਂ ਕਰਨੀਆਂ ਪੈਂਦੀਆਂ, ਕਿੰਨੇ ਦਿਨ ਐਕਸ਼ਨ ਨਹੀਂ ਹੁੰਦਾ, ਵਕੀਲ ਫਿਰ ਅੱਗੇ ਹੜਤਾਲ ਕਰਦੇ ਆ, ਉਹ ਅੱਗੇ ਸਟੇਟ ਲੈਵਲ 'ਤੇ ਹੋ ਜਾਂਦੀ ਹੈ। ਤਾਂ ਇਹਦਾ ਮਿਸਯੂਜ਼ ਨਹੀਂ,
ਅਸੀਂ ਕੋਈ ਮਿਸਯੂਜ਼ ਉਸ ਪਾਸੇ ਨਹੀਂ ਚਾਹੁੰਦੇ ਹੈਗੇ ਕਿ ਵੀ ਹਾਂ ਜੀ ਵਕੀਲ ਤਾਂ ਇਮਿਊਨ ਨਹੀਂ ਹੋਣਾ ਚਾਹੀਦਾ, ਉਹਦੇ ਖਿਲਾਫ ਕੋਈ ਕਾਰਵਾਈ ਹੋਣੀ ਨਹੀਂ ਚਾਹੀਦੀ। ਬਟ ਜਦੋਂ ਇਨ ਡਿਸਚਾਰਜ ਆਫ ਮਾਈ ਡਿਊਟੀ ਮੇਰੇ ਨਾਲ ਕੋਈ ਕਲਾਇੰਟ ਆ ਕੇ ਧੱਕਾ ਕਰਦਾ, ਭਾਵੇਂ ਮੇਰਾ ਕਲਾਇੰਟ ਹੈ ਭਾਵੇਂ ਹੋਰ ਕਲਾਇੰਟ ਹੈ, ਕੋਰਟ ਦੇ ਵਿੱਚ ਕਰਦਾ, ਕੋਰਟ ਤੋਂ ਬਾਹਰ ਕਰਦਾ, ਜਾਂ ਮੈਨੂੰ ਇਸ ਤਰ੍ਹਾਂ ਦੀ ਕੋਈ ਐਪਰੀਹੈਂਸ਼ਨ, ਉੱਥੇ ਸਾਡੀ ਪ੍ਰੋਟੈਕਸ਼ਨ। ਪਰਸਨਲ ਚੀਜ਼ ਦੇ ਲਈ ਜਦੋਂ ਤੁਸੀਂ ਕੰਮ ਤੇ ਹੋ, ਡਿਊਟੀ ਤੇ ਹੋ, ਉਸ ਵੇਲੇ ਸਵੀਰ ਦੀ ਆਖਿਰ ਜਿਹੜਾ ਤੁਸੀਂ ਕੁਐਸਚਨ ਕੀਤਾ ਨਾ, ਇਸ ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਹੈ, ਜੇ ਇਨ ਕੇਸ ਕੋਈ ਇਹਦਾ ਮਿਸਯੂਜ਼ ਕਰਦਾ ਹੈ ਤਾਂ ਉਹਦਾ ਲਾਇਸੈਂਸ ਵੀ ਕੈਂਸਲ ਹੋ ਸਕਦਾ ਹੈ ਤੇ ਉਹਦੇ ਖਿਲਾਫ ਵੀ ਕਾਰਵਾਈ ਰეკਮੈਂਡ ਹੋ ਸਕਦੀ ਹੈ। ਆਖਰੀ ਸਵਾਲ ਤੁਹਾਨੂੰ, ਬਿਲਕੁਲ ਇਹ ਬੜੀ ਅਹਿਮ ਚੀਜ਼ ਹੈ ਕਿਉਂਕਿ ਇਹ ਵੀ ਚੀਜ਼ਾਂ ਨਾਲ ਦੀ ਨਾਲ ਹੋਣੀ ਚਾਹੀਦੀਆਂ। ਅਸੀਂ ਦੇਖਦੇ ਹਾਂ ਕਿ ਅਕਸਰ ਕਈ ਵੇਲੇ ਇਹਨਾਂ ਚੀਜ਼ਾਂ ਦਾ ਮਿਸਯੂਜ਼ ਵੀ ਕੀਤਾ ਜਾਂਦਾ। ਤੁਸੀਂ ਆਪਣੇ ਤੌਰ ਤੇ ਹੁਣ ਤੁਹਾਡੇ ਵਫਦ ਨੇ ਸਰਕਾਰ ਤੱਕ ਕੋਈ ਪਹੁੰਚ ਕੀਤੀ ਹੈ ਤਾਂ ਜੋ ਇਸ ਦੀ ਇੰਪਲੀਮੈਂਟੇਸ਼ਨ ਛੇਤੀ ਹੋਵੇ? ਹਾਂ, ਅਸੀਂ ਨਾ ਪਹਿਲਾਂ 2021 ਦੇ ਵਿੱਚ ਵੀ ਸਰਕਾਰ ਨੂੰ ਦਿੱਤਾ ਸੀ, ਅਸੀਂ 2022 ਦੇ ਵਿੱਚ ਵੀ ਪੰਜਾਬ ਇਲੈਕਸ਼ਨ ਆਉਣ ਤੋਂ ਪਹਿਲਾਂ ਵੀ ਅਸੀਂ ਸਾਰੀ ਗਵਰਨਮੈਂਟਸ ਨੂੰ, ਪੋਲੀਟੀਕਲ ਪਾਰਟੀਜ਼ ਨੂੰ ਦਿੱਤਾ ਸੀ, ਉਸ ਤੋਂ ਬਾਅਦ ਵੀ ਦਿੱਤਾ। ਸੀਐਮ ਜਿਹੜੇ ਪੰਜਾਬ ਦੀ, ਜੇ ਤੁਸੀਂ ਸਪੈਸ਼ਲੀ ਪੰਜਾਬ ਦੀ ਪੁੱਛੋ, ਸਾਡੇ ਕੋਲੇ ਸੀਐਮ ਸਾਹਿਬ ਇੱਥੇ ਆਏ ਸੀਗੇ, ਮਾਨ ਸਾਹਿਬ, ਉਹਨਾਂ ਦੇ ਸਾਹਮਣੇ ਵੀ ਮੈਂ ਆਪ ਕਿਹਾ ਕਿ ਜੀ ਐਡਵੋਕੇਟ ਪ੍ਰੋਟੈਕਸ਼ਨ ਐਕਟ ਬੜਾ ਜ਼ਰੂਰੀ ਹੈ ਤੇ ਅਸੀਂ ਸਮੇਂ-ਸਮੇਂ ਸਿਰ ਹਰਿਆਣਾ ਸਰਕਾਰ ਵੇਲੇ ਵੀ ਅਸੀਂ ਸਮੇਂ-ਸਮੇਂ ਸਿਰ ਰੇਜ਼ ਕਰਦੇ ਰਹੇ, ਪਰ ਹੁਣ ਅਸੀਂ ਸਹੀ ਤਰੀਕੇ ਪ੍ਰੋਪਰ ਚੈਨਲ ਦੇ ਨਾਲ ਇੱਕ ਮੁਹਿੰਮ ਬਣਾ ਕੇ ਸਰਕਾਰ ਕੋਲ ਇਹ ਗੱਲ ਪੇਸ਼ ਕਰਾਂਗੇ। ਸਾਡੀ ਗੱਲ ਹੁਣ ਤੱਕ ਤਾਂ ਸਰਕਾਰ ਨੇ ਵੈਸੇ ਫੁੱਲ ਚੜਾਈ ਨਹੀਂ, ਬੜੀ ਸੈਡਲੀ ਸਾਨੂੰ ਕਹਿਣਾ ਪੈ ਰਿਹਾ, ਪਰ ਹੁਣ ਅਸੀਂ ਗੱਲ ਆਪਦੀ ਸਰਕਾਰ ਨੂੰ ਰਿਕੁਐਸਟ ਵੀ ਕਰਦੇ ਹਾਂ ਤੇ ਸੁਣਾਉਣ ਦੀ ਹਿੰਮਤ ਵੀ ਰੱਖਦੇ ਹਾਂ। ਅੱਜ ਦਾ ਸਾਡਾ ਇਹੀ ਸੀ ਕਿ ਤੁਹਾਡੇ ਮਾਧਿਅਮ ਦੇ ਰਾਹੀਂ ਸਰਕਾਰ ਦੇ ਕੋਲੇ ਸਾਡੀ ਇਹ ਜਿਹੜੀ ਜੈਨੂਇਨ ਡਿਮਾਂਡ ਹੈਗੀ ਹੈ ਉਹ ਚੰਗੀ ਤਰ੍ਹਾਂ ਪਹੁੰਚ ਸਕੇ। ਅਗਰ ਹੁਣ ਇਹ ਨਹੀਂ ਹੁੰਦੀ ਤਾਂ ਫਿਰ ਸਾਨੂੰ ਵੀ ਮਜਬੂਰਨ ਹੋ ਕੇ, ਜਿਸ ਤਰ੍ਹਾਂ ਹੈ ਕਿ ਡਿਸਟ੍ਰਿਕਟ ਹੈੱਡਕੁਆਟਰ, ਚਲੋ ਸੜਕਾਂ ਤੇ ਅਸੀਂ ਉਸ ਤਰ੍ਹਾਂ ਨਹੀਂ ਉਤਰਾਂਗੇ ਕਿ ਅਸੀਂ ਕਿਸੇ ਨੂੰ ਕੋਈ ਹਿੰਡਰੈਂਸ ਕਰੀਏ, ਪਬਲਿਕ ਲਾਈਫ ਕਿਸੇ ਦੀ ਗਲਤ ਕੋਈ ਖਰਾਬ ਹੋਵੇ, ਪਰ ਜੋ ਵੀ ਪੋਸੀਬਲ ਵੇ ਜਿਹੜਾ ਪ੍ਰੋਟੈਸਟ ਦਾ ਹੈਗਾ, ਫਿਰ ਅਸੀਂ ਪੂਰੇ ਪੰਜਾਬ ਦੇ ਵਿੱਚ, ਪੂਰੇ ਹਰਿਆਣੇ ਦੇ ਵਿੱਚ, ਔਰ ਸਾਡਾ ਜਿਹੜਾ ਤਕਰੀਬਨ 1,60,70,000 ਐਡਵੋਕੇਟਸ ਹੈਗੇ, ਅਸੀਂ ਇਹਦਾ ਮਤਲਬ ਕਿ ਸਰਕਾਰ ਦੇ ਖਿਲਾਫ ਆਪਣੀ ਪੂਰੀ ਮਤਲਬ ਕਿ ਤਾਕਤ ਦੇ ਨਾਲ ਅਸੀਂ ਇਹਨਾਂ ਨੂੰ ਫਿਰ ਅੱਗੇ ਇਹਨੂੰ ਇੰਟੈਂਸੀਫਾਈ ਕਰਕੇ ਮਨਾਉਣ ਦਾ ਯਤਨ ਕਰਾਂਗੇ। ਤਾਂ ਬੜੀ ਅਹਿਮ ਚੀਜ਼ ਹੈ ਕਿ ਇਸ ਵਕਤ ਐਡਵੋਕੇਟ ਜਿਹੜੇ ਨੇ ਉਹ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਖਾਸ ਕਰਕੇ ਉਸ ਵੇਲੇ ਜਦੋਂ ਉਹਨਾਂ ਦੇ ਕੋਲ ਬਹੁਤ ਅਹਿਮ ਕੇਸ ਹੁੰਦੇ ਨੇ ਤਾਂ ਉਹਨਾਂ ਦੇ ਉੱਪਰ ਇੱਕ ਦਬਾਅ ਰਹਿੰਦਾ ਹੈ, ਡਰ ਰਹਿੰਦਾ ਹੈ ਕਿ ਅਸੀਂ ਜੇ ਇਸ ਕੇਸ ਨੂੰ ਫੜਿਆ ਤਾਂ ਸਾਡੇ ਤੇ ਕੋਈ ਐਕਸ਼ਨ ਹੋ ਸਕਦਾ ਹੈ ਜਾਂ ਹਮਲਾ ਹੋ ਸਕਦਾ। ਤੇ ਇਸ ਹਮਲੇ ਦੇ ਬਚਾਅ ਦੇ ਲਈ ਇੱਕ ਐਕਟ ਦਾ ਜ਼ਿਕਰ ਚੱਲ ਰਿਹਾ ਹੈ, APA, ਕਿ ਇਸ ਐਕਟ ਨੂੰ ਸਰਕਾਰ ਜਲਦੀ ਲਾਗੂ ਕਰੇ ਤਾਂ ਜੋ ਜਿਹੜੇ ਵਕੀਲ ਨੇ ਉਹ ਸੁਰੱਖਿਅਤ ਮਹਿਸੂਸ ਕਰਨ ਤੇ ਆਪਣੀ ਡਿਊਟੀ ਜਿਹੜੀ ਹੈ ਉਹ ਇਮਾਨਦਾਰੀ ਨਾਲ ਨਿਭਾ ਸਕਣ। ਫਿਲਹਾਲ ਦੇਖਣਾ ਹੋਵੇਗਾ ਕਿ ਪੰਜਾਬ ਅਤੇ ਹਰਿਆਣਾ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਕਦੋਂ ਇਸ ਬਾਬਤ ਕੋਈ ਸਖਤ ਕਦਮ ਚੁੱਕਦੇ ਹੋਏ ਇਸ ਐਕਟ ਦੇ ਬਾਰੇ ਗੰਭੀਰਤਾ ਦੇ ਨਾਲ ਸੋਚਦੀ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਪੰਕਜ ਦੇ ਨਾਲ ਹਰਦੀਪ ਸਿੰਘ ਭੋਗਲ, ਨਿਊਜ਼ ਓਨਲੀ, ਚੰਡੀਗੜ੍ਹ।